बहुत ही प्यारे विद्यार्थियों, ਅੱਜ मैं कपिल कुमार SS मास्टर ਜ਼ਿਲ੍ਹਾ ਬਠਿੰਡਾ ਤੁਹਾਡੇ ਸਾਹਮਣੇ ਅਗਲਾ ਟੌਪਿਕ ਲੈ ਕੇ ਹਾਜ਼ਰ ਹਾਂ। ਅੱਜ ਆਪਣੇ ਪੜ੍ਹਨ ਦਾ ਵਿਸ਼ਾ ਹੈ ਲੋਕਤੰਤਰ ਦਾ ਅਰਥ ਅਤੇ ਮਹੱਤਵ, ਜੋ ਕਿ NTSC ਲਈ ਬੜਾ ਹੀ ਮਹੱਤਵਪੂਰਨ ਵਿਸ਼ਾ ਹੈ। ਇਹਨੂੰ ਤੁਸੀਂ ਬੜੇ ਧਿਆਨ ਨਾਲ ਪੜ੍ਹਨਾ ਹੈ ਤਾਂ ਕਿ ਆਪਾਂ ਸਾਰੇ ਪ੍ਰਸ਼ਨਾਂ ਨੂੰ ਵਧੀਆ ਢੰਗ ਨਾਲ ਹੱਲ ਕਰ ਸਕੀਏ। ਲੋਕਤੰਤਰ, ਸਭ ਤੋਂ ਪਹਿਲਾਂ ਆਪਾਂ ਨੂੰ ਇਹਦੇ ਬਾਰੇ ਜਾਣਨਾ ਜ਼ਰੂਰੀ ਹੈ ਕਿ ਲੋਕਤੰਤਰ ਹੈ ਕੀ। ਲੋਕਤੰਤਰ ਸ਼ਬਦ ਆ ਜੋ ਉਹ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਡੈਮੋਕ੍ਰੇਸੀ ਦਾ ਪੰਜਾਬੀ ਅਨੁਵਾਦ ਹੈ। ਡੈਮੋਕ੍ਰੇਸੀ ਜਿਹੜਾ ਸ਼ਬਦ ਹੈ ਉਹ ਯੂਨਾਨੀ ਭਾਸ਼ਾ ਦੇ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ, ਡੈਮੋਸ ਪਲਸ ਕ੍ਰੇਸ਼ੀਆ। ਡੈਮੋਸ ਦਾ ਅਰਥ ਹੈ ਲੋਕ ਤੇ ਕ੍ਰੇਸ਼ੀਆ ਦਾ ਅਰਥ ਹੈ ਲੋਕਾਂ ਦਾ ਰਾਜ, ਮਤਲਬ ਲੋਕਾਂ ਦਾ ਰਾਜ। ਲੋਕਤੰਤਰ ਦਾ ਮਤਲਬ ਕੀ ਹੋਇਆ? ਲੋਕਾਂ ਦਾ ਰਾਜ। ਲੋਕਤੰਤਰ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਲੋਕ ਹੈ, ਜਨਤਾ ਹੈ, ਉਹ ਸਰਕਾਰ ਦੇ ਉੱਤੇ ਕੰਟਰੋਲ ਰੱਖਦੀ ਹੈ। ਕਈ ਵਾਰੀ ਕੁਝ ਵਿਦਵਾਨ ਇਹ ਕਹਿੰਦੇ ਆ ਕਿ ਲੋਕਤੰਤਰ ਨੂੰ ਲੋਕਾਂ ਦਾ ਸ਼ਾਸਨ ਕਹਿ ਦਿੱਤਾ ਜਾਂਦਾ ਹੈ। ਸਹੀ ਹੈ। ਕਈ ਵਾਰੀ ਕੀ ਕਿਹਾ ਜਾਂਦਾ ਹੈ ਕਿ ਲੋਕਤੰਤਰ ਬਹੁਗਿਣਤੀ ਦਾ ਸ਼ਾਸਨ ਹੈ, ਬਹੁਗਿਣਤੀ ਦਾ ਰਾਜ ਹੈ। ਕੀ ਇਹ ਸਹੀ ਹੈ? ਜੇ ਆਪਾਂ ਉਦਾਹਰਨ ਲਈਏ, ਇਹ ਵੀ ਤਾਂ ਹੋ ਸਕਦਾ ਹੈ ਕਿ ਕੋਈ ਤਾਨਾਸ਼ਾਹ ਬਹੁਗਿਣਤੀ ਲੋਕਾਂ ਦਾ ਸਮਰਥਨ ਆਪਦੇ ਹੱਕ ਵਿੱਚ ਲੈ ਜੇ ਤੇ ਡਰਾ ਧਮਕਾ ਕੇ ਉਹਨਾਂ ਦੀਆਂ ਵੋਟਾਂ ਆਪਦੇ ਕੋਲ ਪਵਾ ਲਏ, ਤਾਂ ਕੀ ਅਜਿਹੇ ਰਾਜ ਨੂੰ ਆਪਾਂ ਲੋਕਤੰਤਰ ਕਹਾਂਗੇ? ਨਹੀਂ, ਇਹ ਲੋਕਤੰਤਰ ਨਹੀਂ ਹੈ। ਲੋਕਤੰਤਰ ਕੀ ਹੈ? ਉਹਦੇ ਵਿੱਚ ਚੋਣ ਕਰਨ ਦੀ ਆਜ਼ਾਦੀ ਹੀ ਲੋਕਤੰਤਰ ਦਾ ਮੁੱਢਲਾ ਅਧਿਕਾਰ ਹੈ ਕਿ ਉਹ ਲੋਕ ਆਜ਼ਾਦੀ ਨਾਲ ਆਪਦੇ ਨੁਮਾਇੰਦੇ ਨੂੰ ਚੁਣ ਸਕਣ। ਇਹ ਲੋਕਤੰਤਰ ਹੈ। ਲੋਕਤੰਤਰ ਬਾਰੇ ਕੁਝ ਗੱਲਾਂ ਆਪਣੇ ਸਾਹਮਣੇ ਆਉਣਗੀਆਂ ਜਿਨ੍ਹਾਂ ਤੋਂ ਆਪਾਂ ਨੂੰ ਲੋਕਤੰਤਰ ਬਾਰੇ ਸਮਝਣਾ ਬੜਾ ਆਸਾਨ ਹੋ ਜਾਏਗਾ। ਇੱਕ ਤਾਂ ਲੋਕਤੰਤਰ ਦੇ ਵਿੱਚ ਵੱਖ-ਵੱਖ ਵਿਚਾਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਦੂਜੀ ਗੱਲ, ਰਾਜਨੀਤਿਕ ਦਲ ਹੋਣੇ ਚਾਹੀਦੇ ਆ, ਰਾਜਨੀਤਿਕ ਪਾਰਟੀਆਂ ਹੋਣੀਆਂ ਚਾਹੀਦੀਆਂ। ਲੋਕਾਂ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ ਆਪਦੇ ਵਿਚਾਰ ਪ੍ਰਗਟਾਉਣ ਦੀ, ਅਧਿਕਾਰ ਹੋਣਾ ਚਾਹੀਦਾ ਹੈ। ਤੀਜਾ ਹੈ ਸਰਵ ਵਿਆਪਕ ਬਾਲਗ ਮਤ ਅਧਿਕਾਰ, ਕਿ 18 ਸਾਲ ਦੀ ਉਮਰ ਪੂਰੀ ਹੋਈ, ਬੱਚਾ ਬਾਲਗ ਬਣਿਆ ਤੇ ਉਹਨੂੰ ਬਿਨਾਂ ਕਿਸੇ ਭੇਦਭਾਵ ਦੇ ਵੋਟ ਪਾਉਣ ਦੀ ਆਜ਼ਾਦੀ ਹੋਵੇ। ਇੱਕ ਹੋਇਆ ਨਿਯਮਿਤ ਕਾਲੀ ਚੋਣਾਂ, ਵੀ ਨਿਰਧਾਰਿਤ ਸਮੇਂ ਤੇ ਜਿਹੜੀਆਂ ਵੋਟਾਂ ਉਹ ਪੈਣੀਆਂ ਚਾਹੀਦੀਆਂ ਤੇ ਲੋਕ ਸਰਕਾਰ ਨੂੰ ਚੁਣ ਲੈਣ। ਅੱਜ ਦਾ ਜਿਹੜਾ ਯੁੱਗ ਹੈ ਇਹਦੇ ਵਿੱਚ ਕੀ ਹੈ, ਹਰ ਦੇਸ਼ ਦੇ ਵਿੱਚ ਵੱਖ-ਵੱਖ ਧਰਮਾਂ, ਨਸਲਾਂ, ਜਾਤਾਂ ਦੇ ਜਿਹੜੇ ਲੋਕ ਰਹਿੰਦੇ ਆ। ਲੋਕਤੰਤਰ ਕੀ ਕਹਿੰਦਾ ਹੈ? ਉਹ ਇਸ ਵਖਰੇਵੇਂ ਦੇ ਵਿੱਚ, ਇਸ ਵਿਭਿੰਨਤਾ ਦੇ ਵਿੱਚ ਏਕਤਾ ਦੀ ਮੰਗ ਕਰਦਾ ਲੋਕਤੰਤਰ। ਇਹਦੀਆਂ ਪਰਿਭਾਸ਼ਾਵਾਂ ਕਈ ਨੇ। ਇਹ ਆਮ ਤੌਰ ਤੇ ਪ੍ਰਸ਼ਨ ਪੁੱਛਿਆ ਜਾਂਦਾ ਹੈ, ਪਰਿਭਾਸ਼ਾ ਦਿੱਤੀ ਜਾਂਦੀ ਹੈ ਕਿ ਇਹ ਕਿਸ ਦੀ ਪਰਿਭਾਸ਼ਾ ਹੈ, ਉਹਦਾ ਨਾਮ ਦੱਸੋ। ਇਸ ਕਰਕੇ ਤੁਸੀਂ ਇਹ 5 ਪਰਿਭਾਸ਼ਾਵਾਂ ਆਪਾਂ ਸਾਂਝੀਆਂ ਕਰਾਂਗੇ, ਇਹਨਾਂ 5 ਨੂੰ ਯਾਦ ਕਰਨਾ ਹੈ। ਪਹਿਲੀ ਹੈ ਇਬਰਾਹਿਮ ਲਿੰਕਨ ਦੀ, ਸਭ ਤੋਂ ਮਹੱਤਵਪੂਰਨ ਪਰਿਭਾਸ਼ਾ ਬੇਟਾ ਇਹ ਕੀ ਹੈ ਕਿ ਲੋਕਤੰਤਰ ਲੋਕਾਂ ਦੀ, ਲੋਕਾਂ ਲਈ ਤੇ ਲੋਕਾਂ ਦੁਆਰਾ ਚੁਣੀ ਸਰਕਾਰ ਹੁੰਦੀ ਹੈ। ਕਿਹਨੇ ਕਿਹਾ ਸੀ? ਇਬਰਾਹਿਮ ਲਿੰਕਨ ਨੇ। ਸੀਲੇ ਉਹਨੇ ਕਿਹਾ ਸੀ ਕਿ ਲੋਕਤੰਤਰ ਇੱਕ ਅਜਿਹੀ ਸਰਕਾਰ ਹੁੰਦੀ ਹੈ ਜਿਸ ਵਿੱਚ ਹਰ ਵਿਅਕਤੀ ਦਾ ਹਿੱਸਾ ਹੁੰਦਾ ਹੈ। ਕਿਹਨੇ ਕਿਹਾ ਸੀ ਬੇਟਾ? ਇਹ ਸੀਲੇ ਨੇ। ਇੱਕ ਪਰਿਭਾਸ਼ਾ ਇਹ ਵੀ ਹੈ ਕਿ ਲੋਕਤੰਤਰ ਇੱਕ ਅਜਿਹਾ ਰਾਜਨੀਤਿਕ ਸੰਗਠਨ ਹੈ ਜਿਸ ਵਿੱਚ ਲੋਕ ਰਾਏ ਨਿਯੰਤਰਣ ਕਰਦੀ ਹੈ ਕਿ ਲੋਕਾਂ ਦੀ ਰਾਏ ਹੀ ਸਭ ਕੁਝ ਨਿਯੰਤਰਣ ਕਰਦੀ ਹੈ, ਕੰਟਰੋਲ ਕਰਦੀ ਹੈ। ਕਿਹਨੇ ਕਿਹਾ ਸੀ ਇਹ? ਹਾਲ ਨੇ। ਹਾਲ। ਇੱਕ ਡੈਸੀ ਨੇ ਕਿਹਾ ਸੀ, ਡਾਇਸੀ, ਲੋਕਤੰਤਰ ਸਰਕਾਰ ਦਾ ਇੱਕ ਅਜਿਹਾ ਰੂਪ ਹੈ ਜਿਸ ਵਿੱਚ ਸ਼ਾਸਕ ਦਲ, ਰਾਜ ਕਰਨ ਵਾਲੀ ਪਾਰਟੀ, ਜਨਤਾ ਦਾ ਇੱਕ ਬਹੁਤ ਵੱਡਾ ਹਿੱਸਾ ਹੁੰਦਾ ਹੈ। ਕਿਹਨੇ ਕਿਹਾ ਸੀ ਬੇਟਾ? ਇਹ
ਡਾਇਸੀ ਨੇ। ਬ੍ਰਾਈਸ ਨੇ ਪਰਿਭਾਸ਼ਾ ਇਹ ਦਿੱਤੀ ਹੈ ਕਿ ਲੋਕਤੰਤਰ ਸਾਰੇ ਲੋਕਾਂ ਦੇ ਸ਼ਾਸਨ ਤੋਂ ਸਿਵਾ ਹੋਰ ਕੁਝ ਵੀ ਨਹੀਂ, ਜਿਹਦੇ ਵਿੱਚ ਜਨਤਾ ਆਪਣੀ ਪ੍ਰਭੂਸੱਤਾ ਦੀ ਇੱਛਾ ਦਾ ਪ੍ਰਗਟਾਵਾ, ਆਪਦੀ ਤਾਕਤ, ਪ੍ਰਭੂਸੱਤਾ ਕੀ ਹੁੰਦੀ ਹੈ? ਤਾਕਤ ਦਾ ਪ੍ਰਗਟਾਵਾ ਵੋਟਾਂ ਦੁਆਰਾ ਕਰਦੀ ਹੈ। ਉਹ ਵੋਟਾਂ ਦੁਆਰਾ ਕਿਸੇ ਨੂੰ ਚੁਣ ਸਕਦੀ ਹੈ ਤੇ ਕਿਸੇ ਨੂੰ ਵੀ ਹਰਾ ਸਕਦੀ ਹੈ। ਇਹ ਗੱਲ ਕਿਹਨੇ ਕਹੀ ਸੀ? ਬ੍ਰਾਈਸ ਨੇ। ਇਹ ਪੰਜਾਂ ਨੂੰ ਯਾਦ ਰੱਖਣਾ ਜ਼ਰੂਰੀ ਹੈ। ਲੋਕਤੰਤਰ ਦੇ ਬੇਟਾ ਮੁੱਢਲੇ ਸਿਧਾਂਤ ਕੀ ਹੈ, ਜਿਨ੍ਹਾਂ ਤੋਂ ਆਪਾਂ ਨੂੰ ਲੋਕਤੰਤਰ ਬਾਰੇ ਸਪਸ਼ਟ ਹੋ ਜੇ ਸਾਰੀ ਗੱਲ। ਪਹਿਲੀ ਗੱਲ ਤਾਂ ਲੋਕਤੰਤਰ ਹੈ ਜਿਹੜਾ, ਉਹ ਸਾਰੇ ਵਿਅਕਤੀਆਂ ਨੂੰ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦਿੰਦਾ ਹੈ, ਦੂਜਿਆਂ ਦੀ ਆਲੋਚਨਾ ਕਰਨ ਦਾ ਅਧਿਕਾਰ ਦਿੰਦਾ ਹੈ। ਪੁੱਛ ਸਕਦੇ ਆ ਆਪਣੇ ਤੋਂ ਲੋਕਤੰਤਰ ਦਾ ਮੁੱਢਲਾ ਸਿਧਾਂਤ ਕੀ ਹੈ? ਥੱਲੇ ਤੁਹਾਨੂੰ 4 ਦੇ ਸਕਦੇ ਆ, ਉਹ 4 ਦੇ ਵਿੱਚੋਂ ਆਪਾਂ ਇੱਕ ਉੱਤਰ ਨੂੰ ਟਿਕ ਕਰਨਾ ਹੈ। ਜੇ ਇਹ ਆਉਂਦਾ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ, ਤਾਂ ਇਹ ਵੀ ਸਹੀ ਹੈ। ਆਲੋਚਨਾ ਕਰਨ ਦੀ ਆਜ਼ਾਦੀ, ਅਧਿਕਾਰ, ਇਹ ਵੀ ਸਹੀ ਹੈ। ਲੋਕਾਂ ਨੂੰ ਵੱਖ-ਵੱਖ ਵਿਚਾਰ ਰੱਖਣ ਦੀ ਖੁੱਲ੍ਹ ਹੁੰਦੀ ਹੈ, ਇਹ ਸਹਿਨਸ਼ੀਲਤਾ ਦੇ ਆਧਾਰ ਤੇ ਹੈ। ਲੋਕਤੰਤਰ ਕੀ ਕਹਿੰਦਾ ਹੈ ਕਿ ਜਿਹੜਾ ਝਗੜਿਆਂ ਦਾ ਹੱਲ ਹੈ, ਉਹ ਚਾਹੇ ਰਾਸ਼ਟਰੀ ਪੱਧਰ ਤੇ ਹੋਵੇ, ਦੇਸ਼ ਪੱਧਰ ਤੇ ਹੋਵੇ, ਚਾਹੇ ਉਹ ਸੰਸਾਰਕ ਪੱਧਰ ਤੇ ਹੋਵੇ, ਅੰਤਰਰਾਸ਼ਟਰੀ ਪੱਧਰ ਤੇ ਹੋਵੇ, ਉਹਦਾ ਹੱਲ ਜਿਹੜਾ ਸ਼ਾਂਤੀਪੂਰਨ ਢੰਗ ਨਾਲ ਲੱਭਿਆ ਜਾਣਾ ਚਾਹੀਦਾ ਹੈ। ਲੋਕਤੰਤਰ ਕੀ ਹੈ? ਹਿੰਸਾ ਦੇ ਵਿਰੁੱਧ ਹੈ। ਇਹ ਕਹਿੰਦਾ ਹੈ ਕਿ ਸਾਰੇ ਜਿਹੜੇ ਹੈਗੇ ਆ ਢੰਗ, ਤਰੀਕੇ, ਉਹ ਅਹਿੰਸਾਤਮਕ ਹੋਣੇ ਚਾਹੀਦੇ ਆ। ਉਹਦੇ ਵਿੱਚ ਦੰਗੇ ਫਸਾਦ, ਲੜਾਈਆਂ ਇਹ ਨਹੀਂ ਹੋਣੇ ਚਾਹੀਦੇ। ਜੇ ਕੋਈ ਸਰਕਾਰ ਸਮਾਜ ਦੀ ਭਲਾਈ ਦੇ ਨਾਂ ਤੇ ਜ਼ਬਰ ਸ਼ਕਤੀ, ਆਪਦੀ ਤਾਕਤ ਦਾ ਇਸਤੇਮਾਲ ਕਰਦੀ ਹੈ, ਤਾਂ ਉਹ ਸਰਕਾਰ ਲੋਕਤੰਤਰੀ ਨਹੀਂ ਹੁੰਦੀ। ਲੋਕਤੰਤਰ ਮਨੁੱਖ ਦੀ ਸ਼ਖਸੀਅਤ ਦੇ ਗੌਰਵ ਨੂੰ ਵੀ ਯਕੀਨੀ ਬਣਾਉਂਦਾ ਹੈ। ਇਹ ਕਹਿੰਦਾ ਹੈ ਕਿ ਲੋਕਤੰਤਰੀ ਦੇਸ਼ਾਂ ਦੇ ਵਿੱਚ ਵਿਅਕਤੀਆਂ ਨੂੰ ਕਈ ਤਰ੍ਹਾਂ ਦੇ ਅਧਿਕਾਰ ਦਿੱਤੇ ਜਾਂਦੇ ਹੈ ਤਾਂ ਕਿ ਉਹ ਆਪਦਾ ਵਿਕਾਸ ਕਰ ਸਕਣ। ਲੋਕਤੰਤਰ ਇੱਕ ਅਜਿਹੀ ਸਰਕਾਰ ਹੁੰਦੀ ਹੈ, ਆਪਾਂ ਡੈਫੀਨੇਸ਼ਨ ਦੇ ਵਿੱਚ ਵੀ ਪੜ੍ਹਿਆ, ਇਹਦੀ ਪਰਿਭਾਸ਼ਾ ਦੇ ਵਿੱਚ ਵੀ ਪੜ੍ਹਿਆ ਹੈ, ਕਿ ਜਿਹਦੇ ਵਿੱਚ ਜਿਹੜੀ ਤਾਕਤ ਹੈ ਉਹ ਲੋਕਾਂ ਕੋਲੇ ਹੁੰਦੀ ਹੈ, ਜਨਤਾ ਕੋਲੇ ਹੁੰਦੀ ਹੈ। ਪ੍ਰਭੂਸੱਤਾ ਕਿਹਦੇ ਕੋਲ ਹੁੰਦੀ ਹੈ? ਜਨਤਾ। ਲੋਕਤੰਤਰ ਵਿਹਾਰਕ ਤੌਰ ਤੇ ਬਹੁ ਗਿਣਤੀ ਦਾ ਸ਼ਾਸਨ ਹੁੰਦਾ ਹੈ, ਵੱਧ ਗਿਣਤੀ ਦਾ ਸ਼ਾਸਨ ਹੁੰਦਾ ਹੈ, ਜਿਹਦੇ ਵਿੱਚ ਘੱਟ ਗਿਣਤੀ ਲੋਕਾਂ ਦੇ ਅਧਿਕਾਰਾਂ ਦਾ ਧਿਆਨ ਰੱਖਿਆ ਜਾਂਦਾ ਹੈ, ਉਹਨਾਂ ਨਾਲ ਧੱਕਾ ਨਹੀਂ ਕੀਤਾ ਜਾਂਦਾ। ਭਾਰਤ ਦੇ ਵਿੱਚ ਕੀ ਹੈ? ਮੁਸਲਮਾਨ ਹੈ, ਉਹ ਘੱਟ ਗਿਣਤੀ ਦੇ ਵਿੱਚ ਹੈ। ਇਹ ਲੋਕਤੰਤਰ ਤਾਂ ਹੀ ਹੈ ਜੇ ਉਹ ਮੁਸਲਮਾਨਾਂ ਨਾਲ ਕਿਸੇ ਗੱਲੋਂ ਧੱਕਾ ਨਾ ਕਰੇ। ਜੇ ਉਹਨਾਂ ਦੀ ਹੋਂਦ ਨੂੰ ਖਤਰਾ ਹੁੰਦਾ ਹੈ ਤਾਂ ਫਿਰ ਲੋਕਤੰਤਰ ਨਹੀਂ। ਪਰ ਭਾਰਤ ਦੇ ਵਿੱਚ ਸਾਰੀਆਂ ਜਾਤਾਂ, ਧਰਮਾਂ ਦੇ ਲੋਕ ਇਕੱਠੇ ਰਹਿੰਦੇ ਹੈ, ਇਸ ਕਰਕੇ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਲੋਕਤੰਤਰ ਲੋਕਾਂ ਦੇ ਪ੍ਰਤੀਨਿਧਾਂ ਦੀ ਸਰਕਾਰ ਹੁੰਦੀ ਹੈ। ਪ੍ਰਤੀਨਿਧ ਕੌਣ ਹੁੰਦੇ ਆ ਬੇਟਾ? ਲੋਕਾਂ ਦੇ ਨੁਮਾਇੰਦੇ। ਜਿਵੇਂ ਆਪਾਂ ਵੋਟਾਂ ਦੇ ਵਿੱਚ ਵੋਟਾਂ ਪਾ ਕੇ ਚੁਣਦੇ ਹਾਂ, ਤਾਂ ਆਪਣੇ ਵਿੱਚੋਂ ਹੀ ਨੇ, ਉਹਨਾਂ ਨੂੰ ਪ੍ਰਤੀਨਿਧ ਕਿਹਾ ਜਾਂਦਾ ਹੈ। ਤੇ ਉਹ ਜਾ ਕੇ ਉਹਨਾਂ ਨੂੰ ਚੁਣਦਾ ਕੌਣ ਹੈ? ਬਾਲਗ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਉੱਪਰ ਹੁੰਦੀ ਹੈ। ਉਹ ਬਿਨਾਂ ਕਿਸੇ ਡਰ ਦੇ, ਕਿਸੇ ਦਬਾਅ ਦੇ ਵੋਟ ਪਾਉਂਦੇ ਹੈ ਤੇ ਵਿਅਕਤੀ ਦੀ ਚੋਣ ਕਰਦੇ ਆ। ਜਿਹਨੂੰ ਵੱਧ ਵੋਟਾਂ ਪੈਂਦੀਆਂ ਉਹ ਨੁਮਾਇੰਦਾ ਚੁਣਿਆ ਜਾਂਦਾ ਹੈ ਤੇ ਅੱਗੇ ਸਰਕਾਰ ਦੇ ਵਿੱਚ ਸ਼ਾਮਲ ਹੋ ਕੇ ਉਹ ਸਰਕਾਰੀ ਨੀਤੀਆਂ ਬਣਾ ਕੇ ਲੋਕਾਂ ਦੇ ਭਲੇ ਲਈ ਕੰਮ ਕਰਦੇ ਆ। ਲੋਕਤੰਤਰੀ ਸਰਕਾਰ ਆ ਜਿਹੜੀ, ਉਹ ਹਮੇਸ਼ਾ ਸੰਵਿਧਾਨ ਦੇ ਅਨੁਸਾਰ ਕੰਮ ਕਰਦੀ ਹੈ, ਸੰਵਿਧਾਨ ਤੋਂ ਬਾਹਰ ਜਾ ਕੇ ਕੰਮ ਨਹੀਂ ਕਰਦੀ। ਤੇ ਸੰਵਿਧਾਨ ਕੀ ਹੁੰਦਾ ਹੈ? ਜਿਹਨੂੰ ਲੋਕਾਂ ਦੁਆਰਾ ਪ੍ਰਵਾਨ ਕੀਤਾ ਗਿਆ ਹੋਵੇ। ਤੇ ਲੋਕਤੰਤਰ ਦੀ ਬੁਨਿਆਦ ਇਹ ਵੀ ਹੈ ਕਿ ਉਹ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਹੈ। ਲੋਕਤੰਤਰ ਦੇ ਵਿੱਚ ਜੇ ਸਰਕਾਰ ਬਦਲਣੀ ਹੈ ਤਾਂ ਉਹਨੂੰ ਸੰਵਿਧਾਨਕ ਤਰੀਕੇ ਨਾਲ ਬਦਲਿਆ ਜਾਂਦਾ ਹੈ। ਇਹ ਨਹੀਂ ਕਿ ਹਿੰਸਾ ਨਾਲ, ਲੜਾਈ ਝਗੜਿਆਂ ਨਾਲ ਨਹੀਂ, ਸੰਵਿਧਾਨਕ ਤਰੀਕੇ ਨਾਲ ਵੋਟਾਂ ਪੈਂਦੀਆਂ, ਲੋਕ ਬਦਲਦੇ ਆ। ਹੁਣ ਲੋਕਤੰਤਰ ਪ੍ਰਣਾਲੀ ਚਾਹੇ ਕੋਈ ਵੀ ਹੋਵੇ ਬੇਟਾ, ਦੁਨੀਆ ਦੇ ਵਿੱਚ ਵੱਖ-ਵੱਖ ਪ੍ਰਣਾਲੀਆਂ, ਰਾਜ ਪ੍ਰਣਾਲੀਆਂ ਪ੍ਰਚਲਿਤ ਨੇ, ਪਰ ਲੋਕਤੰਤਰ ਪ੍ਰਣਾਲੀ ਦੇ ਜ਼ਿਆਦਾ ਗੁਣ ਹੋਣ ਕਰਕੇ ਬਹੁਤੇ ਦੇਸ਼ਾਂ ਦੇ ਵਿੱਚ ਇਹ ਪ੍ਰਣਾਲੀ ਅਪਣਾਈ ਗਈ ਹੈ। ਠੀਕ ਹੈ। ਹੁਣ ਇਹਦਾ ਫਾਇਦਾ ਕੀ ਹੈ? ਆਪਾਂ ਲੋਕਤੰਤਰੀ ਪ੍ਰਣਾਲੀ ਦਾ ਫਾਇਦਾ ਕੀ ਹੈ? ਫਿਰ ਹੀ ਆਪਾਂ ਜਾਣ ਸਕਾਂਗੇ ਨਾ ਕਿ ਦੂਜਿਆਂ ਨਾਲੋਂ ਬਿਹਤਰ ਹੈ ਇਹ। ਇੱਕ ਤਾਂ ਬੇਟਾ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਇਹ ਹੈ ਕਿ ਇਹਦੇ ਵਿੱਚ ਸ਼ਾਂਤੀਪੂਰਨ ਢੰਗਾਂ ਨਾਲ ਹੀ ਸਾਰਾ ਕੰਮ ਹੁੰਦਾ ਹੈ। ਸਰਕਾਰ ਬਦਲਣੀ ਹੈ ਤਾਂ ਵੋਟਾਂ ਪੈਂਦੀਆਂ, ਆਰਾਮ ਨਾਲ ਬਦਲੀ ਜਾਂਦੀ ਹੈ। ਮਤਲਬ ਗੋਲੀ ਦੀ ਬਜਾਏ ਵੋਟ ਪੇਪਰ, ਬੈਲਟ ਪੇਪਰ ਨਾਲ ਬਦਲੀ, ਬੁਲਟ ਦੀ ਬਜਾਏ ਬੈਲਟ ਪੇਪਰ ਨਾਲ ਸਰਕਾਰ ਬਦਲਣੀ ਸੌਖੀ ਹੈ। ਗੋਲੀ ਤਾਂ ਖੂਨ ਖਰਾਬਾ ਕਰਦੀ ਹੈ।
ਇਸ ਲਈ ਬੁਲਟ ਦੀ ਬਜਾਏ, ਬੁਲਟ ਮਤਲਬ ਹੁੰਦਾ ਗੋਲੀ, ਬੁਲਟ ਦੀ ਬਜਾਏ ਬੈਲਟ ਪੇਪਰ ਜਿਹੜਾ ਮਤ ਆਪਾਂ ਪਾਉਣੇ ਆ, ਬੈਲਟ ਪੇਪਰ ਨਾਲ ਜਿਹੜੀ ਹੈਗੀ ਸਰਕਾਰ ਬਦਲੀ ਜਾ ਸਕਦੀ। ਇਸ ਪ੍ਰਣਾਲੀ ਦੇ ਵਿੱਚ ਲੋਕਾਂ ਦੇ ਵਿੱਚ ਦੇਸ਼ ਭਗਤੀ, ਦੇਸ਼ ਪ੍ਰੇਮ ਦੀ ਭਾਵਨਾ ਪੈਦਾ ਹੁੰਦੀ ਹੈ। ਇਹ ਜਿਹੜੀ ਪ੍ਰਣਾਲੀ ਹੈ ਸਮਾਨਤਾ ਦੇ ਆਧਾਰ ਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਹਰੇਕ ਵਿਅਕਤੀ ਚਾਹੇ ਉਹ ਕਿਸੇ ਵੀ ਜਾਤੀ ਧਰਮ ਦਾ ਹੋਵੇ, ਉਹਦੀ ਵੋਟ ਦੀ ਕੀਮਤ ਇੱਕੋ ਹੀ ਮੰਨੀ ਜਾਂਦੀ ਹੈ। ਤੁਹਾਨੂੰ ਮੈਂ ਅੱਗੇ ਉਦਾਹਰਨ ਦੇਵਾਂਗਾ। ਜਿੱਥੇ ਵੋਟ ਦੀ ਕੀਮਤ ਵਿੱਚ ਵੀ ਫਰਕ ਹੈ, ਉੱਥੇ ਆਪਾਂ ਪੜਾਂਗੇ ਵੀ ਕੀ ਉਹ ਲੋਕਤੰਤਰ ਹੈ ਕਿ ਨਹੀਂ ਹੈ। ਇਸ ਕਰਕੇ ਬਿਨਾਂ ਕਿਸੇ ਭੇਦਭਾਵ ਦੇ ਸਾਰਿਆਂ ਨੂੰ ਵੋਟ ਦਾ ਇੱਕੋ ਜਿਹਾ ਅਧਿਕਾਰ ਹੁੰਦਾ ਹੈ ਤੇ ਇੱਕੋ ਜਿਹੀ ਉਹਦੀ ਕੀਮਤ ਹੁੰਦੀ ਹੈ। ਲੋਕਤੰਤਰੀ ਸਰਕਾਰ ਹੈ ਜਿਹੜੀ, ਉਹ ਲੋਕਾਂ ਦੀ ਇੱਛਾ ਅਨੁਸਾਰ ਕਾਨੂੰਨ ਬਣਾਉਂਦੀ ਹੈ, ਲੋਕਾਂ ਦੀ ਪ੍ਰਤੀਨਿਧਤਾ ਕਰਦੀ ਹੈ। ਜਿਹੜੀ ਸਰਕਾਰ ਲੋਕਾਂ ਦੀ ਰਾਏ ਦੀ ਉਲੰਘਣਾ ਕਰਦੀ ਹੈ, ਲੋਕ ਅਗਲੀਆਂ ਚੋਣਾਂ ਦੇ ਵਿੱਚ ਉਹਨੂੰ ਹਰਾ ਦਿੰਦੇ ਹੈ ਤੇ ਨਵੇਂ ਬਦਲ ਨੂੰ ਲੈ ਆਉਂਦੇ ਹੈ। ਇਹਦੇ ਵਿੱਚ ਵਿਅਕਤੀਗਤ ਸੁਤੰਤਰਤਾ ਕਾਇਮ ਰਹਿੰਦੀ ਹੈ। ਲੋਕਾਂ ਨੂੰ ਆਪਦੇ ਵਿਚਾਰ ਪ੍ਰਗਟਾਉਣ ਦੀ, ਯੂਨੀਅਨ ਬਣਾਉਣ ਦੀ, ਇਕੱਠੇ ਹੋਣ ਦੀ ਸ਼ਾਂਤੀਪੂਰਵਕ ਢੰਗ ਨਾਲ, ਪ੍ਰੈਸ ਨੂੰ ਆਜ਼ਾਦੀ, ਇਹ ਸਾਰੀਆਂ ਆਜ਼ਾਦੀਆਂ ਉਹਦੇ ਵਿੱਚ ਹੁੰਦੀਆਂ। ਲੋਕਤੰਤਰ ਵਿੱਚ ਕੀ ਹੁੰਦਾ ਹੈ, ਰਾਜਨੀਤਿਕ ਪਾਰਟੀਆਂ ਹੁੰਦੀਆਂ, ਇਸ ਕਰਕੇ ਲੋਕਾਂ ਨੂੰ ਰਾਜਨੀਤਿਕ ਸਿੱਖਿਆ ਵਧੇਰੇ ਮਿਲਦੀ ਹੈ। ਜਦੋਂ ਕਿਤੇ ਪ੍ਰਚਾਰ ਹੁੰਦਾ ਵੋਟਾਂ ਦਾ, ਤਾਂ ਉਦੋਂ ਮਤਲਬ ਰਾਜਨੀਤਿਕ ਪਾਰਟੀਆਂ ਜਿਹੜੇ ਲੀਡਰ ਹੈ ਉਹ ਆਪਦੇ ਭਾਸ਼ਣ ਦਿੰਦੇ ਹੈ, ਜਿਹਦੇ ਨਾਲ ਲੋਕਾਂ ਨੂੰ ਰਾਜਨੀਤਿਕ ਤੌਰ ਤੇ ਸਿੱਖਿਆ ਮਿਲਦੀ ਹੈ ਤੇ ਉਹ ਜਾਗਰਤ ਹੋ ਕੇ ਆਪਦੇ ਵੋਟ ਦਾ ਇਸਤੇਮਾਲ ਕਰ ਸਕਦੇ ਆ। ਲੋਕਤੰਤਰ ਵਿੱਚ ਸ਼ਾਂਤੀ ਦੀ ਵਿਵਸਥਾ ਬਣੀ ਰਹਿੰਦੀ ਹੈ। ਇਸੇ ਕਰਕੇ ਜਿੱਥੇ ਸ਼ਾਂਤੀ ਹੈ, ਆਪਸੀ ਭਾਈਚਾਰਾ ਹੈ, ਉੱਥੇ ਤਰੱਕੀ ਵੀ ਵਧੇਰੇ ਹੈ। ਇਸ ਕਰਕੇ ਲੋਕਤੰਤਰ ਤਰੱਕੀ ਦੀ ਬੁਨਿਆਦ ਤੇ ਨੀਂਹ ਵੀ ਰੱਖਦਾ ਹੈ। ਲੋਕਤੰਤਰ ਵਿੱਚ ਜਨਤਾ ਜਿਹੜੀ ਹੈਗੀ ਹੈ, ਲੋਕ ਨੇ, ਉਹਨਾਂ ਦੇ ਵਿੱਚ ਨੈਤਿਕ ਗੁਣ ਜ਼ਿਆਦਾ ਵਿਕਸਿਤ ਹੋਣਗੇ। ਸਹਿਨਸ਼ੀਲਤਾ, ਸਹਿਯੋਗ, ਆਤਮ ਨਿਰਭਰਤਾ, ਆਤਮ ਬਲਿਦਾਨ, ਇਸ ਤਰ੍ਹਾਂ ਦੇ ਬੜੇ ਗੁਣ ਹੈ ਜਿਹੜੇ ਉਹਨਾਂ ਦੇ ਵਿੱਚ ਡਿਵੈਲਪ ਹੁੰਦੇ ਹੈ। ਇਹੀ ਕਾਰਨ ਹੈ ਕਿ ਲੋਕਤੰਤਰ ਪ੍ਰਣਾਲੀ ਨੂੰ ਦੁਨੀਆ ਦੇ ਵਿੱਚ ਸਭ ਤੋਂ ਵਧੇਰੇ ਹਰਮਨ ਪਿਆਰਾ ਮੰਨਿਆ ਜਾਂਦਾ ਹੈ। ਸਮਝ ਆਈ ਬੇਟਾ ਲੋਕਤੰਤਰ ਦਾ ਮਹੱਤਵ, ਇਸ ਕਰਕੇ ਇਹਨੂੰ ਵਧੀਆ ਮੰਨਿਆ ਜਾਂਦਾ ਹੈ। ਪਰ ਲੋਕਤੰਤਰ ਸਥਾਪਿਤ ਕਰਨਾ ਤੇ ਇਹਨੂੰ ਕਾਇਮ ਰੱਖਣਾ ਬੜਾ ਔਖਾ ਹੈ। ਬੜੀਆਂ ਰੁਕਾਵਟਾਂ ਇਹਦੇ ਵਿੱਚ ਵੀ ਆਉਂਦੀਆਂ, ਉਹਦਾ ਵੀ ਆਪਾਂ ਡਿਸਕਸ ਕਰਾਂਗੇ ਇੱਥੇ। ਉਹਦੇ ਬਾਰੇ ਵੀ ਕੀ ਰੁਕਾਵਟਾਂ ਨੇ ਜਿਹੜੀਆਂ ਡੈਮੋਕ੍ਰੇਸੀ ਦੀ ਸਥਾਪਨਾ ਵਿੱਚ ਦਿੱਕਤ ਖੜੀਆਂ ਕਰਦੀਆਂ। ਖੇਤਰਵਾਦ ਕਈ ਵਾਰੀ ਲੋਕਾਂ ਦੀ ਸੋਚ ਨੂੰ ਛੋਟਾ ਬਣਾ ਦਿੰਦੀ ਹੈ। ਖੇਤਰਵਾਦ ਦੀ ਭਾਵਨਾ ਕਿ ਉਹ ਦੇਸ਼ ਦੇ ਹਿੱਤਾਂ ਬਾਰੇ ਸੋਚਣ ਦੀ ਬਜਾਏ ਆਪਦੇ ਖੇਤਰ ਦੇ ਹਿੱਤਾਂ, ਆਪਦੇ ਇਲਾਕੇ ਦੇ ਹਿੱਤਾਂ ਬਾਰੇ ਵਧੇਰੇ ਸੋਚਦੇ ਹੈ, ਜਿਹਦੇ ਨਾਲ ਰਾਸ਼ਟਰੀ ਏਕਤਾ ਭੰਗ ਹੁੰਦੀ ਹੈ, ਜਿਹੜੀ ਕਿ ਇਸ ਦੇ ਵਿੱਚ ਰੁਕਾਵਟ ਬਣਦੀ ਹੈ। ਬਿਮਾਰੀ, ਕਿਉਂਕਿ ਆਪਾਂ ਦੇਖਦੇ ਹਾਂ ਜਿਹੜੇ ਮਰੀਜ਼ ਹੈ, ਬਿਮਾਰ ਰਹਿ ਰਹੇ ਲੋਕ ਹੈ, ਉਹ ਜਨਤਕ ਮਾਮਲਿਆਂ ਦੇ ਵਿੱਚ ਰੁਚੀ ਨਹੀਂ ਰੱਖਦੇ, ਕਿਉਂਕਿ ਉਹਨਾਂ ਨੂੰ ਆਪਦੀ ਸਿਹਤ, ਪਰਿਵਾਰ ਦਾ ਫਿਕਰ ਹੀ ਹੁੰਦਾ ਹੈ। ਇਸ ਕਰਕੇ ਉਹ ਇਹਦੇ ਵਿੱਚ ਨਿਰਣਾਇਕ ਰੋਲ ਅਦਾ ਨਹੀਂ ਕਰ ਸਕਦੇ। ਜਿਹੜੇ ਦੇਸ਼ ਦੇ ਨਾਗਰਿਕ ਤੰਦਰੁਸਤ ਹੋਣਗੇ, ਉਹੋ ਹੀ ਸਹੀ ਲੋਕਤੰਤਰ ਦੀ ਸਥਾਪਨਾ ਕਰ ਸਕਦੇ ਆ, ਬਿਮਾਰ ਲੋਕ ਨਹੀਂ। ਜਾਤੀਵਾਦ, ਸੰਪਰਦਾਇਕਤਾ, ਇਹ ਵੀ ਕਿਸੇ ਦੇਸ਼ ਦੀ ਏਕਤਾ, ਅਖੰਡਤਾ ਲਈ ਖਤਰਾ ਹੁੰਦੀ ਹੈ ਤੇ ਇਹ ਲੋਕਤੰਤਰ ਲਈ ਵੀ ਖਤਰਾ ਨਹੀਂ। ਅਨਪੜ੍ਹਤਾ, ਇਹ ਤਾਂ ਸਭ ਤੋਂ ਵੱਡੀ ਦੁਸ਼ਮਣ ਹੈ, ਕਿਉਂਕਿ ਅਨਪੜ੍ਹ ਵਿਅਕਤੀ ਨੂੰ ਕੋਈ ਵੀ ਆਪਦੇ ਮਗਰ ਲਾ ਸਕਦਾ ਹੈ। ਇਸ ਕਰਕੇ ਇਹ ਰਾਜਨੀਤਿਕ ਤੌਰ ਤੇ ਉਹਦੇ ਵਿੱਚ ਜਾਗਰਤਾ ਪੈਦਾ ਨਹੀਂ ਹੋਣ ਦਿੰਦੀ ਤੇ ਅਨਪੜ੍ਹਤਾ ਲੋਕਤੰਤਰ ਦੇ ਰਾਹ ਵਿੱਚ ਰੁਕਾਵਟ ਬਣਦੀ ਹੈ। ਨਾਗਰਿਕਾਂ ਨੂੰ ਪੜ੍ਹਿਆ ਲਿਖਿਆ ਹੋਣਾ ਬੜਾ ਜ਼ਰੂਰੀ ਹੈ। ਗਰੀਬੀ ਸਭ ਤੋਂ ਵੱਡੀ ਰੁਕਾਵਟ ਹੈ। ਗਰੀਬ ਵਿਅਕਤੀ ਥੋੜੇ ਮੋਟੇ ਲਾਲਚ ਦੇ ਵਿੱਚ ਆ ਕੇ ਆਪਦੀ ਵੋਟ ਨੂੰ ਵੇਚ ਦਿੰਦਾ ਹੈ ਤੇ ਉਹ ਗਲਤ ਵਿਅਕਤੀ ਦੀ ਚੋਣ, ਗਲਤ ਸਰਕਾਰ ਦੀ ਚੋਣ ਵੀ ਹੋ ਜਾਂਦੀ ਹੈ, ਜਿਹੜੀ ਕਿ ਲੋਕਤੰਤਰ, ਸਹੀ ਲੋਕਤੰਤਰ ਦੇ ਰਾਹ ਵਿੱਚ ਰੁਕਾਵਟ ਹੈ। ਕਈ ਵਾਰੀ ਗਲਤ ਵਿਅਕਤੀ ਵੀ ਜਿੱਤ ਸਕਦਾ ਹੈ। ਇਸ ਤਰ੍ਹਾਂ ਦੀ ਮਤਲਬ ਅਨੁਚਿਤ ਸਾਧਨਾਂ ਦੀ ਵਰਤੋਂ ਕਰਕੇ, ਲੋਕਾਂ ਨੂੰ ਭਰਮਾ ਕੇ। ਨਿਰਾਸ਼ਤਾ, ਉਦਾਸੀਨਤਾ, ਇਹ ਵੀ ਇੱਕ ਰੁਕਾਵਟ ਹੈ, ਕਿਉਂਕਿ ਆਲਸੀ ਲੋਕ ਸਮਾਜ ਤੇ ਇੱਕ ਭਾਰ ਹੁੰਦੇ ਹੈ ਤੇ ਉਹ ਆਪਦੇ ਵੋਟ ਦਾ ਸਹੀ ਇਸਤੇਮਾਲ ਨਹੀਂ ਕਰਦੇ, ਜਿਹਦੇ ਕਰਕੇ ਫਿਰ ਸਹੀ ਲੋਕਤੰਤਰ ਦੀ ਸਥਾਪਨਾ ਕਰਨੀ ਮੁਸ਼ਕਲ ਹੋ ਜਾਂਦੀ ਹੈ। ਇਹ ਕੁਝ ਰੁਕਾਵਟਾਂ ਨੇ ਜਿਨ੍ਹਾਂ ਕਰਕੇ ਲੋਕਤੰਤਰ ਸਥਾਪਿਤ ਕਰਨਾ ਬੜਾ ਔਖਾ ਹੈ। ਪਰ ਲੋਕਤੰਤਰ ਦੀ ਸਫਲਤਾ ਲਈ ਕੁਝ ਜ਼ਰੂਰੀ ਸ਼ਰਤਾਂ ਹੈ, ਜਿਨ੍ਹਾਂ ਨਾਲ ਲੋਕਤੰਤਰ ਨੂੰ ਸਫਲ ਬਣਾਇਆ ਜਾ ਸਕਦਾ ਹੈ। ਮੇਨ ਪੁਆਇੰਟ ਥੋੜੇ ਯਾਦ ਹੋਣੇ ਚਾਹੀਦੇ ਬੇਟਾ। ਕੋਈ ਵੀ ਇੱਕ ਪੁਆਇੰਟ ਦੇ ਕੇ ਉਹ ਮਤਲਬ 4 ਪੁਆਇੰਟ ਤੁਹਾਨੂੰ ਦੇਣਗੇ, ਉਹਦੇ ਵਿੱਚੋਂ ਇੱਕ ਸਹੀ ਪਾ ਕੇ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਵੀ ਇਹਨਾਂ ਵਿੱਚੋਂ ਸਹੀ ਕਿਹੜਾ ਹੈ।
ਜਾਂ ਤੁਹਾਡੇ ਤੋਂ ਇਹ ਪੁੱਛ ਸਕਦੇ ਆ ਇਹਨਾਂ ਚੋਂ ਕਿਹੜਾ ਸਹੀ ਨਹੀਂ ਹੈ, ਤੁਹਾਨੂੰ ਇਹ ਸਾਰੇ ਪਤਾ ਹੋਣਗੇ ਤਾਂ ਫੇਰ ਹੀ ਤੁਸੀਂ ਉਹਦਾ ਸਹੀ ਢੰਗ ਨਾਲ ਉੱਤਰ ਦੇ ਸਕਦੇ। ਇੱਕ ਤਾਂ ਇਹਦੀ ਸਫਲਤਾ ਲਈ ਇਹ ਜ਼ਰੂਰੀ ਹੈ ਕਿ ਲੋਕਾਂ ਨੂੰ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਉਹਨਾਂ ਨੂੰ ਰਾਜਨੀਤਿਕ ਆਜ਼ਾਦੀ ਮਿਲਣੀ ਚਾਹੀਦੀ ਹੈ, ਆਰਥਿਕ ਸਮਾਨਤਾ ਹੋਣੀ ਚਾਹੀਦੀ ਹੈ, ਉਹਨਾਂ ਦੇ ਵਿੱਚ ਅਮੀਰੀ ਗਰੀਬੀ ਦਾ ਅੰਤਰ ਬਹੁਤਾ ਨਹੀਂ ਹੋਣਾ ਚਾਹੀਦਾ, ਸਮਾਨਤਾ ਹੋਣੀ ਚਾਹੀਦੀ ਹੈ ਆਰਥਿਕ ਤੌਰ ਤੇ, ਦੇਸ਼ ਦੇ ਆਰਥਿਕ ਸਾਧਨਾਂ ਦਾ ਲਾਭ ਸਾਰੇ ਲੋਕਾਂ ਤੱਕ ਪਹੁੰਚਣਾ ਚਾਹੀਦਾ। ਇਹ ਨਾ ਹੋਵੇ ਕਿ ਜਿਹੜਾ ਪੈਸਾ ਹੈ ਉਹ ਕੁਝ ਕੁ ਲੋਕਾਂ ਦੇ ਹੱਥਾਂ ਵਿੱਚ ਹੀ ਇਕੱਠਾ ਹੋ ਜਾਏ। ਇਸ ਗੱਲ ਤੋਂ ਵੀ ਧਿਆਨ ਰੱਖਣ ਦੀ ਲੋੜ ਹੈ। ਸਮਾਜਿਕ ਤੌਰ ਤੇ ਸਮਾਨਤਾ ਬੜੀ ਜ਼ਰੂਰੀ ਹੈ ਕਿ ਲੋਕਾਂ ਦੇ ਵਿੱਚ ਧਰਮ, ਰੰਗ, ਨਸਲ, ਜਨਮ, ਜਾਤੀ ਕਿਸੇ ਵੀ ਆਧਾਰ ਤੇ ਵਿਤਕਰਾ ਨਹੀਂ ਹੋਣਾ ਚਾਹੀਦਾ। ਪੜ੍ਹੇ ਲਿਖੇ ਨਾਗਰਿਕ ਹੋਣੇ ਚਾਹੀਦੇ, ਪਹਿਲਾਂ ਵੀ ਡਿਸਕਸ ਕਰ ਲਿਆ ਆਪਾਂ। ਨੈਤਿਕ ਆਚਰਣ ਬੜਾ ਜ਼ਰੂਰੀ ਹੈ, ਕਿਉਂਕਿ ਜੇ ਕਿਸੇ ਦੇਸ਼ ਦੇ ਲੋਕ ਜਾਂ ਨੇਤਾ ਭ੍ਰਿਸ਼ਟ ਹੋਣਗੇ ਤਾਂ ਲੋਕਤੰਤਰ ਤਾਸ਼ ਦੇ ਪੱਤਿਆਂ ਵਾਂਗ ਢੇਰੀ ਹੋ ਜਾਊਗਾ। ਇਹ ਬੜਾ ਜ਼ਰੂਰੀ ਹੈ। ਨਾਗਰਿਕ ਬੜੇ ਚੇਤਨ ਹੋਣੇ ਚਾਹੀਦੇ, ਜਿੱਥੇ ਪੜ੍ਹੇ ਲਿਖੇ ਹੋਣਾ ਜ਼ਰੂਰੀ ਹੈ ਉੱਥੇ ਉਹਨਾਂ ਦਾ ਸਮਾਜ ਪ੍ਰਤੀ, ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣਾ ਵੀ ਜ਼ਰੂਰੀ ਹੈ। ਤਾਂ ਹੀ ਸਹੀ ਡੈਮੋਕ੍ਰੇਸੀ, ਸਹੀ ਲੋਕਤੰਤਰ ਸਥਾਪਿਤ ਕੀਤਾ ਜਾ ਸਕਦਾ ਹੈ। ਜਿਹੜੇ ਨੇਤਾ ਹੈ ਜਿਹਨਾਂ ਨੂੰ ਆਪਾਂ ਚੁਣਦੇ ਹਾਂ, ਕੀ ਉਹਨਾਂ ਦਾ ਵੀ ਚੰਗਾ ਹੋਣਾ ਜ਼ਰੂਰੀ ਹੈ? ਹਾਂ, ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਨੇਤਾ ਚੰਗੇ ਹੋਣਗੇ ਤਾਂ ਫਿਰ ਹੀ ਉਹ ਨੀਤੀਆਂ ਦਾ ਸਹੀ ਨਿਰਮਾਣ ਕਰਨਗੇ। ਸਹੀ ਨੀਤੀਆਂ ਬਣਨਗੀਆਂ ਤਾਂ ਦੇਸ਼ ਵਿਕਸਿਤ ਹੋਊਗਾ, ਸਹੀ ਲੋਕਤੰਤਰ ਸਥਾਪਿਤ ਹੋਊਗਾ, ਕਿਉਂਕਿ ਲੋਕਾਂ ਦੇ ਹਿੱਤਾਂ ਬਾਰੇ ਸੋਚਣਗੇ। ਜਿਹੜੀਆਂ ਸਥਾਨਕ ਸਵੈ ਸ਼ਾਸਨ ਸਰਕਾਰਾਂ ਹੈ, ਜਿਵੇਂ ਨਗਰ ਪਾਲਿਕਾ ਹੋ ਗਈ, ਆਪਣੀ ਪੰਚਾਇਤ ਹੋ ਗਈ, ਪੰਚਾਇਤ ਸਮਿਤੀ ਹੋ ਗਈ, ਜ਼ਿਲ੍ਹਾ ਪ੍ਰੀਸ਼ਦ ਹੋ ਗਈ, ਇਹ ਵੀ ਲੋਕਾਂ ਨੂੰ ਸਿੱਖਿਅਤ ਕਰਦੀਆਂ, ਸ਼ਾਸਨ ਚਲਾਉਣਾ ਸਿਖਾਉਂਦੀਆਂ, ਉਹਨਾਂ ਨੂੰ ਕਲਾ ਵਿਕਸਿਤ ਕਰਦੀਆਂ ਉਹਨਾਂ ਦੇ ਵਿੱਚ। ਤੇ ਇੱਥੋਂ ਹੀ ਤੁਸੀਂ ਦੇਖਿਆ ਹੋਊਗਾ ਕਿ ਜਿਹੜਾ ਵਿਅਕਤੀ ਕਿਸੇ ਪਿੰਡ ਦਾ ਸਰਪੰਚ ਬਣਦਾ ਹੈ ਤੇ ਉਹ MLA MP ਤੱਕ ਪਹੁੰਚ ਜਾਂਦਾ ਹੈ, ਜੇ ਉਹ ਸਹੀ ਦਿਸ਼ਾ ਦੇ ਵਿੱਚ ਚੱਲ ਰਿਹਾ ਹੁੰਦਾ ਹੈ। ਤਾਂ ਇਹ ਛੋਟੇ ਪੱਧਰ ਤੋਂ ਵੱਡੇ ਨੇਤਾਵਾਂ ਨੂੰ ਜਨਮ ਦਿੰਦੀਆਂ ਇਸ ਤਰ੍ਹਾਂ ਦੀਆਂ ਸਰਕਾਰਾਂ, ਇਸ ਤਰ੍ਹਾਂ ਦੇ ਪੱਧਰ। ਨਿਆਂਪਾਲਿਕਾ ਦੀ ਸੁਤੰਤਰਤਾ ਬੜੀ ਜ਼ਰੂਰੀ ਹੈ, ਕਿਉਂ ਨਿਆਂਪਾਲਿਕਾ ਜੇ ਕਿਸੇ ਬਿਨਾਂ ਡਰ ਤੋਂ ਫੈਸਲੇ ਦੇਊਗੀ ਤਾਂ ਹੀ ਲੋਕਤੰਤਰ ਸਹੀ ਢੰਗ ਨਾਲ ਬਹਾਲ ਹੋ ਸਕਦਾ ਹੈ। ਲਾਰਡ ਬ੍ਰਾਈਸ ਨੇ ਲਿਖਿਆ ਸੀ ਕਿ ਕਿਸੇ ਵੀ ਦੇਸ਼ ਦੀ ਸਰਕਾਰ ਦੀ ਕਾਰਜਕੁਸ਼ਲਤਾ ਨੂੰ ਜਾਣਨਾ ਹੋਵੇ ਤਾਂ ਉਹਦੇ ਲਈ ਸੁਤੰਤਰ ਤੇ ਨਿਰਪੱਖ ਨਿਆਂਪਾਲਿਕਾ ਤੋਂ ਬਿਨਾਂ ਹੋਰ ਕੋਈ ਕਸੌਟੀ ਨਹੀਂ। ਜਿਹੜੇ ਦੇਸ਼ ਦੇ ਵਿੱਚ ਨਿਆਂਪਾਲਿਕਾ ਸੁਤੰਤਰ ਤੇ ਨਿਰਪੱਖ ਹੋਊਗੀ, ਉੱਥੇ ਹੀ ਸਹੀ ਲੋਕਤੰਤਰ ਸਥਾਪਿਤ ਹੋ ਸਕਦਾ ਹੈ, ਉੱਥੇ ਹੀ ਵਧੀਆ ਸਰਕਾਰ ਦੀ ਸਥਾਪਨਾ ਹੋ ਸਕਦੀ ਹੈ। ਇਹਦੇ ਲਈ ਕਾਨੂੰਨ ਦਾ ਸ਼ਾਸਨ ਬੜਾ ਜ਼ਰੂਰੀ ਹੈ ਕਿ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੋ ਸਕਦਾ। ਜੇ ਕੋਈ ਗਲਤੀ ਕਰਦਾ, ਚਾਹੇ ਉਹ ਕਿਸੇ ਵੀ ਅਹੁਦੇ ਤੇ ਹੋਵੇ, ਉਹਨੂੰ ਸਜ਼ਾ ਉਨੀ ਹੀ ਮਿਲਣੀ ਚਾਹੀਦੀ ਹੈ ਜਿੰਨੀ ਕਿ ਇੱਕ ਆਮ ਨਾਗਰਿਕ ਨੂੰ। ਲੋਕਤੰਤਰ ਇਸ ਗੱਲ ਦੇ ਵੀ ਹੱਕ ਵਿੱਚ ਹੈ ਕਿ ਸ਼ਕਤੀਆਂ ਦਾ ਕੇਂਦਰੀਕਰਨ ਇੱਕ ਥਾਂ ਤੇ ਨਹੀਂ ਹੋਣਾ ਚਾਹੀਦਾ। ਉਹ ਲੋਕਤੰਤਰ ਦੇ ਲਈ ਰੁਕਾਵਟ ਹੈ। ਇਹ ਸਰਕਾਰ ਨੂੰ ਜਾਂ ਕਿਸੇ ਅਧਿਕਾਰੀ ਨੂੰ ਜਾਂ ਸਰਕਾਰ ਦੇ ਕਿਸੇ ਅੰਗ ਨੂੰ ਨਿਰੰਕੁਸ਼ ਬਣਾ ਦਿੰਦਾ ਜੇ ਸ਼ਕਤੀਆਂ ਦਾ ਕੇਂਦਰੀਕਰਨ ਹੋਵੇਗਾ। ਇਸ ਕਰਕੇ ਸ਼ਕਤੀਆਂ ਵੰਡੀਆਂ ਹੋਣੀਆਂ ਚਾਹੀਦੀਆਂ। ਜਿਵੇਂ ਆਪਣੇ ਦੇਖ ਲਓ ਤੁਸੀਂ, ਕੇਂਦਰ ਸਰਕਾਰ ਹੈ, ਰਾਜਾਂ ਦੀਆਂ ਸਰਕਾਰਾਂ ਹੈ, ਉਹਨਾਂ ਦੇ ਵਿੱਚ ਸ਼ਕਤੀਆਂ ਦੀ ਵੰਡ ਹੋਈ ਹੈ। ਕਈ ਵਿਸ਼ੇ ਨੇ ਜਿੱਥੇ ਕੇਂਦਰ ਸਰਕਾਰੀ ਕਾਨੂੰਨ ਬਣਾ ਸਕਦੀ ਆ, ਕਈ ਵਿਸ਼ੇ ਅਜਿਹੇ ਨੇ ਜਿੱਥੇ ਰਾਜ ਸਰਕਾਰ ਹੀ ਕਾਨੂੰਨ ਬਣਾ ਸਕਦੀ ਹੈ, ਤੇ ਕਈ ਵਿਸ਼ੇ ਸਮਵਰਤੀ ਸੂਚੀ ਦੇ ਨੇ ਜਿੱਥੇ ਕੇਂਦਰ ਅਤੇ ਰਾਜ ਸਰਕਾਰਾਂ ਦੋਨੇ ਹੀ ਕਾਨੂੰਨ ਬਣਾ ਸਕਦੀਆਂ। ਰਾਜਨੀਤਿਕ ਦਲ ਆ ਜਿਹੜੇ ਲੋਕਤੰਤਰ ਦੀ ਰੀੜ੍ਹ ਦੀ ਹੱਡੀ ਹੁੰਦੇ ਆ, ਇਸ ਕਰਕੇ ਚੰਗੇ ਰਾਜਨੀਤਿਕ ਦਲਾਂ ਦਾ, ਚੰਗੇ ਨੇਤਾਵਾਂ ਦਾ ਲੋਕਤੰਤਰ ਲਈ ਬੜਾ ਜ਼ਰੂਰੀ ਹੈ ਹੋਣਾ। ਇਸ ਕਰਕੇ ਇਹ ਸਿਧਾਂਤ ਨਹੀਂ, ਇਸ ਲੋਕਤੰਤਰ ਦੀ ਸਫਲਤਾ ਲਈ ਕੋਈ ਸ਼ਰਤਾਂ ਨਹੀਂ ਜਿਹੜੀਆਂ ਲੋਕਤੰਤਰ ਨੂੰ ਸਫਲ ਬਣਾਉਂਦੀਆਂ। ਇਹਨਾਂ ਦੀਆਂ ਮੇਨ ਗੱਲਾਂ ਨੂੰ ਤੁਸੀਂ ਜ਼ਰੂਰ ਯਾਦ ਰੱਖਣਾ ਹੈ। ਆਪਾਂ ਉਦਾਹਰਨ ਲੈਂਦੇ ਹਾਂ ਆਪਣੇ ਗੁਆਂਢੀ ਦੇਸ਼ ਪਾਕਿਸਤਾਨ ਦੀ। ਪਤਾ ਨਾ, ਪਾਕਿਸਤਾਨ ਕਦੇ ਆਪਣਾ ਹਿੱਸਾ ਹੁੰਦਾ ਸੀ, ਇਹ ਇੱਕੋ ਸੀ। ਆਪਾਂ ਪਾਕਿਸਤਾਨ, ਬੰਗਲਾਦੇਸ਼ ਭਾਰਤੀ ਸੀ ਸਾਰਾ ਇਹ, ਪਰ ਅੰਗਰੇਜ਼ ਜਦੋਂ ਗਏ ਤਾਂ ਇੱਕ ਵੱਖਰਾ ਦੇਸ਼ ਬਣਾ ਕੇ ਪਾਕਿਸਤਾਨ ਆਪਣੇ ਗੁਆਂਢ ਦੇ ਵਿੱਚ ਹੈ। ਉੱਥੇ ਸੈਨਾ ਦਾ ਕਮਾਂਡਰ ਸੀਗਾ ਪਰਵੇਜ਼ ਮੁਸ਼ਰਫ, ਸੁਣਿਆ ਨਾ, ਪਰਵੇਜ਼ ਮੁਸ਼ਰਫ। 1999 ਦੇ ਵਿੱਚ ਉਹਨੇ ਕੀ ਕੀਤਾ, ਸੈਨਾ ਦੀ ਵਰਤੋਂ ਕਰਕੇ ਉਹਨੇ ਉੱਥੋਂ ਦੀ ਸੱਤਾ ਸੰਭਾਲ ਲਈ। ਉੱਥੋਂ ਦੀ ਜਿਹੜੀ ਕੇਂਦਰੀ ਸੰਸਦ ਸੀਗੀ, ਪ੍ਰਾਂਤਾਂ ਦੀਆਂ ਅਸੈਂਬਲੀਆਂ ਸੀਗੀਆਂ,
ਉਹਨੂੰ ਘਟਾਤਾ, ਕਾਨੂੰਨ ਪਾਸ ਕਰਤਾ ਕਿ ਮੈਂ ਦੇਸ਼ ਦਾ ਰਾਸ਼ਟਰਪਤੀ ਹਾਂ ਤੇ ਪਰਵੇਜ਼ ਮੁਸ਼ਰਫ ਦੇਸ਼ ਦਾ ਰਾਸ਼ਟਰਪਤੀ ਬਣ ਗਿਆ। ਇਹ ਵਿਵਸਥਾ ਕਰਤੀ ਕਿ ਰਾਸ਼ਟਰਪਤੀ ਜਦੋਂ ਚਾਹੇ ਸੰਸਦ ਨੂੰ ਭੰਗ ਕਰ ਸਕਦਾ ਹੈ। ਸੈਨਾ ਦੇ ਅਫਸਰਾਂ ਦੀ ਕੌਂਸਲ ਬਣਾਤੀ ਤੇ ਫਿਰ ਉਸ ਰਾਜ ਵਿੱਚ ਕੀ ਹੋਇਆ, ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਸੀ ਉਹਨਾਂ ਕੋਲੇ ਤਾਕਤ ਨਹੀਂ ਰਹੀ। ਤਾਂ ਹੁਣ ਤੁਸੀਂ ਮੈਨੂੰ ਦੱਸੋ, ਇਹ ਲੋਕਤੰਤਰ ਹੈ ਕਿ ਤਾਨਾਸ਼ਾਹੀ? ਲੋਕਤੰਤਰ ਲੋਕਤੰਤਰ ਨਹੀਂ ਹੈ, ਇਹ ਤਾਨਾਸ਼ਾਹੀ ਹੈ। ਤਾਨਾਸ਼ਾਹੀ ਬਣ ਗਈ ਕਿਉਂਕਿ ਲੋਕਾਂ ਦਾ ਤਾਂ ਰਾਜ ਰਿਹਾ ਹੀ ਨਹੀਂ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਤੋਂ ਉਹਨੇ ਤਾਕਤ ਹੀ ਵਾਪਸ ਲੈ ਲਈ। ਇਸ ਕਰਕੇ ਉਹਦੀ ਮਰਜ਼ੀ ਕਾਨੂੰਨ ਬਣ ਗਈ। ਤਾਂ ਜਦੋਂ ਕਿਸੇ ਸ਼ਾਸਕ ਦੀ ਮਰਜ਼ੀ ਕਾਨੂੰਨ ਬਣ ਜੀ ਤਾਂ ਉਹ ਤਾਨਾਸ਼ਾਹੀ ਹੁੰਦੀ ਹੈ। ਤਾਨਾਸ਼ਾਹੀ ਲੋਕਾਂ ਦੇ ਲਈ ਮਾੜੀ ਹੈ। ਚੀਨ ਦੀ ਉਦਾਹਰਨ ਲੈ ਲੈਂਦੇ ਹਾਂ। ਚੀਨ ਵੀ ਆਪਣੇ ਗੁਆਂਢ 'ਚ ਹੀ ਹੈ ਹਨਾ, ਇਹਦੇ ਨਾਲ ਆਪਾਂ ਵਪਾਰ ਵੀ ਕਰਦੇ ਹਾਂ। ਚੀਨ ਦੇ ਵਿੱਚ ਬੇਟਾ ਹਰ 5 ਸਾਲਾਂ ਬਾਅਦ ਚੋਣਾਂ ਹੁੰਦੀਆਂ, ਵੋਟਾਂ ਪੈਂਦੀਆਂ, ਪਰ ਉੱਥੇ ਇੱਕੋ ਹੀ ਪਾਰਟੀ ਹੈ, ਕਮਿਊਨਿਸਟ ਪਾਰਟੀ। ਉਸ ਪਾਰਟੀ ਤੋਂ ਬਿਨਾਂ ਹੋਰ ਕੋਈ ਵਿਕਲਪ ਨਹੀਂ। ਜਿਹੜੇ ਪਾਰਟੀ ਉਮੀਦਵਾਰ ਮਨੋਨੀਤ ਕਰਦੀ ਹੈ, ਨਿਯੁਕਤ ਕਰਦੀ ਹੈ, ਉਹੀ ਚੋਣ ਲੜਦੇ ਹੈ। ਚੀਨ ਦੀ ਸੰਸਦ ਦੇ ਵਿੱਚ ਕੁਛ ਜਿਹੜੇ ਪ੍ਰਤੀਨਿਧ ਹੈ ਸੈਨਿਕ ਅਫਸਰਾਂ ਦੇ ਵਿੱਚੋਂ ਵੀ ਲਏ ਜਾਂਦੇ ਹੈ, ਪਰ ਉੱਥੇ ਇੱਕ ਹੀ ਦਲ ਦੀ ਸਰਕਾਰ ਬਣਦੀ ਹੈ। ਇਹ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਹੈ। ਕੀ ਆਪਾਂ ਇਹਨੂੰ ਲੋਕਤੰਤਰੀ ਕਹਿ ਸਕਦੇ ਹਾਂ? ਕਿਉਂਕਿ ਦਲ ਤਾਂ ਇੱਕੋ ਹੀ ਹੈ ਉੱਥੇ। ਤੇ ਲੋਕਤੰਤਰ ਲਈ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਬਹੁਤ ਦਲਾਂ ਦਾ ਹੋਣਾ ਜ਼ਰੂਰੀ ਹੈ, ਬਹੁਦਲੀ ਪ੍ਰਣਾਲੀ ਜ਼ਰੂਰੀ ਹੈ। ਜੇ ਇੱਕੋ ਹੀ ਦਲ ਹੈ ਤਾਂ ਲੋਕਤੰਤਰ ਨਹੀਂ ਹੋ ਸਕਦਾ। ਹੁਣ ਆਪਾਂ ਉਦਾਹਰਨ ਲੈਂਦੇ ਫਿਜੀ ਦੀ। ਫਿਜੀ ਇੱਕ ਛੋਟਾ ਜਿਹਾ ਟਾਪੂ ਹੈ, ਛੋਟਾ ਦੇਸ਼ ਹੈ। ਇੱਥੇ ਕੀ ਹੈ, ਫਿਜੀਅਨ ਲੋਕਾਂ ਦੀ, ਜਿਹੜੇ ਫਿਜੀਅਨ ਲੋਕ ਨੇ, ਉੱਥੋਂ ਦੇ ਲੋਕ ਨੇ, ਉਹਨਾਂ ਦੀ ਵੋਟ ਦੀ ਕੀਮਤ ਹੈ ਉੱਥੇ ਰਹਿਣ ਵਾਲੇ ਭਾਰਤੀ ਲੋਕਾਂ ਦੀ ਵੋਟ ਨਾਲੋਂ ਕੀਮਤ ਉਹਨਾਂ ਦੀ ਜ਼ਿਆਦਾ ਹੈ। ਜੇ ਭਾਰਤੀ ਵੋਟਰ ਦੀ ਕੀਮਤ 1 ਆ ਤਾਂ ਉਹਨਾਂ ਦੀ 2 ਹੈ। ਉਹਨਾਂ ਦੀ ਕੀਮਤ ਵੋਟ ਦੀ ਜ਼ਿਆਦਾ ਹੈ। ਪਰ ਲੋਕਤੰਤਰ ਕੀ ਕਹਿੰਦਾ ਹੈ? ਇੱਕ ਬਲਗ ਵੋਟ ਦੀ ਇੱਕੋ ਹੀ ਕੀਮਤ। ਤਾਂ ਫਿਰ ਫਿਜੀ ਦੇ ਵਿੱਚ ਲੋਕਤੰਤਰ ਹੋਇਆ ਕਿ ਨਹੀਂ? ਨਹੀਂ, ਲੋਕਤੰਤਰ ਨਹੀਂ ਹੋਇਆ। ਹੁਣ ਆਪਾਂ ਉਦਾਹਰਨ ਲੈਂਦੇ ਮੈਕਸੀਕੋ ਦੀ। ਮੈਕਸੀਕੋ ਬੇਟਾ ਜਿਹੜਾ ਦੇਸ਼ ਹੈ ਨਾ, 1930 ਦੇ ਵਿੱਚ ਆਜ਼ਾਦ ਹੋਇਆ ਸੀ ਤੇ ਉੱਥੇ ਹਰ 6 ਸਾਲ ਬਾਅਦ ਜਿਹੜੀਆਂ ਹੈਗੀਆਂ ਚੋਣਾਂ ਹੁੰਦੀਆਂ। ਰਾਸ਼ਟਰਪਤੀ ਦੀ ਚੋਣ ਕਿੰਨੇ ਸਾਲਾਂ ਬਾਅਦ ਹੁੰਦੀ ਹੈ? 6 ਸਾਲ ਬਾਅਦ। ਉੱਥੇ ਦੇਸ਼ ਦੀ ਸੱਤਾ ਕਦੇ ਵੀ ਸੈਨਾ ਦੇ ਹੱਥ 'ਚ ਨਹੀਂ ਰਹੀ, ਕਦੇ ਵੀ ਉੱਥੇ ਤਾਨਾਸ਼ਾਹ ਨਹੀਂ ਹੋਇਆ। ਪਰ